ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 31ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਤੀਜਾ। ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹ। ਮਨ ਸਾਚੇ ਰਾਤੇ ਹਰ ਵੇ ਪਰਵਾਹ। ਸੱਚੇ ਮੈਲ ਸੱਚ ਨਾਮ ਸਮਾ। ਸੁਣ ਮਨ ਮੇਰੇ ਸ਼ਬਦ ਵਿਚਾਰ। ਰਾਮ ਜਪੇ ਭਵ ਜਲ ਉਤਰੇ ਪਾਰ ਰਹਾਓ। ਪਰਮੇ ਆਵੇ ਪਰਮੇ ਜਾਏ। ਇਹ ਜਗ ਜਨਮਿਆ ਦੂਜੇ ਪਾਏ। ਮਨ ਮੁਖ ਨਾ ਚੇਤੇ ਆਵੇ ਜਾਏ। ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ। ਇਹ ਜਿਉ ਵਿਡਾਣੀ ਚਾਕਰੀ ਲਾਇਆ। ਮਹਾਂ ਦੁੱਖ ਖਟੇ ਬਿਰਥਾ ਜਨਮ ਗਵਾਇਆ। ਕਿਰਪਾ ਕਰ ਸਤਿਗੁਰ ਮਿਲਾਏ। ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ। ਨਾਨਕ ਨਾਮ ਜਪੇ ਨਾ ਨਿਧ ਪਾਏ। ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ। ਨਾਨਕ ਨਾਮ ਜਪੇ ਨਾ ਨਿਧ ਪਾਏ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਵਾਹਿਗੁਰੂ ਸੱਚਾ ਪਾਤਸ਼ਾਹ ਅਤੇ ਉਸ ਦਾ ਹੁਕਮ ਵੀ ਸੱਚਾ ਹੈ ਜੀ। ਫਿਰ ਜਿਹੜੇ ਉਸ ਨੂੰ ਮਨੋ ਤਨੋ ਕਰਕੇ ਉਸ ਸੱਚੇ ਬੇਪਰਵਾਹ ਗੁਰਸ਼ਬਦ ਗੁਰਬਾਣੀ ਨਾਮ ਹਰੀ ਵਿੱਚ ਰਤੇ ਹਨ ਜੀ, ਉਹ ਹੀ ਉਸ ਸੱਚ ਗੁਰਮਤਿ ਦੁਆਰਾ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਸਮਾਉਣ ਵਾਲੇ ਬਣ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਗੁਰੂ ਦਾ ਸ਼ਬਦ ਗੁਰਬਾਣੀ ਵਿਚਾਰ ਕੇ ਚੰਗੀ ਤਰ੍ਹਾਂ ਉਸ ਨੂੰ ਸੁਣੋ। ਫਿਰ ਗੁਰੂ ਜੀ ਕਹਿੰਦੇ ਹਨ, ਰਾਮ ਭਾਵ ਗੁਰਸ਼ਬਦ ਗੁਰਬਾਣੀ ਨਾਮ ਦਾ ਜਪ ਜਪੋ ਅਤੇ ਇਸ ਤਰ੍ਹਾਂ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਓਗੇ ਜੀ। ਭਾਵ ਆਪਣੇ ਆਪ ਦੀ ਪਹਿਚਾਣ ਹੋ ਜਾਵੇਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨਮੁਖ ਭਰਮ ਵਿੱਚ ਆਉਂਦਾ ਹੈ ਅਤੇ ਜੰਮਦਾ ਹੈ ਜੀ, ਅਤੇ ਭਰਮ ਵਿੱਚ ਹੀ ਮਰ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਾਰਾ ਜਗਤ ਦਵੈਤ ਭਾਵ ਕਰਕੇ ਜਨਮਿਆ ਹੈ ਜੀ। ਭਾਵ ਹਉਮੈ ਅਤੇ ਹੰਕਾਰ ਵਿੱਚ ਜਨਮਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨਮੁਖ ਜੀਵ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਭਾਵ ਉਸ ਸੱਚ ਹਰ ਮੂਲ ਨਾਲ ਨਹੀਂ ਲੱਗਦਾ, ਗੁਰਸ਼ਬਦ ਗੁਰਬਾਣੀ ਨੂੰ ਨਹੀਂ ਵਿਚਾਰਦਾ ਅਤੇ ਉਸ ਦੇ ਰਸਤੇ ਨਹੀਂ ਚੱਲਦਾ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਉਹ ਵਿਕਾਰਾਂ ਦੇ ਗੇੜ ਵਿੱਚ ਫਸ ਕੇ ਜਨਮ ਮਰਨ ਦੇ ਗੇੜ ਵਿੱਚ ਵੀ ਆਉਂਦਾ ਜਾਂਦਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪ੍ਰਸ਼ਨ ਕਰਦੇ ਹਨ, ਕੀ ਇਹ ਜੀਵ ਆਪ ਭੁੱਲਿਆ ਹੈ ਕਿ ਪਰਮੇਸ਼ਰ ਨੇ ਇਸ ਨੂੰ ਭੁਲਾਇਆ ਹੈ ਜੀ। ਫਿਰ ਆਪ ਹੀ ਉੱਤਰ ਦਿੰਦੇ ਹਨ ਕਿ ਨਾ ਚੇਤਨ ਕਰਕੇ, ਭਾਵ ਹਉਮੈ ਹੰਕਾਰ ਕਰਕੇ ਇਸ ਜੀਵ ਨੂੰ ਆਪਣੀ ਸੇਵਾ ਤੋਂ ਹਟਾ ਕੇ ਬਿਗਾਨੀ ਭਾਵ ਮਾਇਆ ਦੀ ਵਿਕਾਰਾਂ ਵਾਲੀ ਨੌਕਰੀ ਵਿੱਚ ਲਾਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਇਹ ਜਨਮ ਮਰਨ ਦਾ ਭਾਰੀ ਦੁੱਖ ਘਟਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਨੇ ਤਾਂ ਸਾਰਾ ਜਨਮ ਵਿਅਰਥ ਹੀ ਹਉਮੈ ਹੰਕਾਰ ਵਿੱਚ ਹੀ ਗਵਾ ਲਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵਾਹਿਗੁਰੂ ਜੀ ਆਪਣੀ ਕਿਰਪਾ ਕਰਕੇ ਜਿਸ ਜੀਵ ਨੂੰ ਸਤਿਗੁਰ ਨਾਲ ਮਿਲਾ ਦੇਵੇ, ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਗਾ ਦੇਵੇ, ਫਿਰ ਉਹ ਆਪਣੇ ਹਰ ਮੂਲ ਦੇ ਨਾਲ ਜੁੜ ਜਾਂਦਾ ਹੈ ਜੀ।
ਫਿਰ ਅੰਦਰੋਂ ਭਰਮ ਦੂਰ ਕਰਕੇ ਇੱਕੋ ਗੁਰਸ਼ਬਦ ਗੁਰਬਾਣੀ ਨਾਮ ਸਿਮਰੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਜੀਵ ਲਗਾਤਾਰ ਭਾਵ ਦਿਨ ਰਾਤ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਗੁਰਸ਼ਬਦ ਗੁਰਬਾਣੀ ਨਾਮ ਜਪਦਾ ਰਹੇ, ਉਹ ਵਸ਼ 9 ਨਦੀਆਂ ਵਾਲਾ ਗੁਰਸ਼ਬਦ ਗੁਰਬਾਣੀ ਨਾਮ ਪ੍ਰਾਪਤ ਕਰ ਲਵੇਗਾ ਜੀ। ਭਾਵ ਉਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜ ਕੇ ਪਰਮੇਸ਼ਰ ਦੇ ਹੁਕਮ ਦੀ ਸਮਝ ਆਉਂਦੀ ਹੈ ਜੀ, ਅਤੇ ਉਹ ਆਪਣੇ ਹਰ ਮੂਲ ਨੂੰ ਪਛਾਣ ਲੈਂਦਾ ਹੈ ਜੀ ਅਤੇ ਉਸ ਨਾਲ ਜੁੜ ਜਾਂਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਮਨ ਨੂੰ ਸੰਬੋਧਿਤ ਕਰਦੇ ਹੋਏ ਇਹ ਉਪਦੇਸ਼ ਦੇ ਰਹੇ ਹਨ ਕਿ ਹੇ ਮਨ, ਤੂੰ ਸੱਚੇ ਗੁਰਸ਼ਬਦ ਗੁਰਬਾਣੀ ਨੂੰ ਵਿਚਾਰ, ਜਿਸ ਦੇ ਫਲ ਸਰੂਪ ਤੋਂ ਪਾਰ ਹੋ ਜਾਵੇਂ ਜੀ। ਜਿਹੜੇ ਪੁਰਸ਼ ਸੱਚੇ ਪਾਤਸ਼ਾਹ ਦੀ ਸੇਵਾ ਛੱਡ ਕੇ ਵਿਡਾਣੀ ਚਾਕਰੀ ਕਰਦੇ ਹਨ, ਭਾਵ ਹੰਕਾਰ ਤੇ ਹਉਮੈ ਦੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਉਸ ਵਿੱਚ ਹੀ ਦਿਨ ਰਾਤ ਰੁੱਝੇ ਰਹਿੰਦੇ ਹਨ, ਫਿਰ ਗੁਰੂ ਜੀ ਕਹਿੰਦੇ ਹਨ ਉਹ ਇਸ ਸੰਸਾਰ ਵਿੱਚੋਂ ਦੁੱਖ ਹੀ ਕੱਟਦੇ ਹਨ ਜੀ, ਅਤੇ ਆਪਣਾ ਜਨਮ ਬਿਰਥਾ ਗਵਾ ਕੇ ਇਸ ਸੰਸਾਰ ਤੋਂ ਟੁਰ ਪੈਂਦੇ ਹਨ ਜੀ। ਫਿਰ ਗੁਰੂ ਜੀ ਇਹਨਾਂ ਪੰਕਤੀਆਂ ਵਿੱਚ ਦੱਸਦੇ ਹਨ, ਦੁੱਖ ਸੁੱਖ ਕਰਕੇ ਕੁਟੰਬ ਜਵਾਇਆ, ਮਰਤੀ ਵਾਰ ਇੱਕ ਸਾ ਦੁੱਖ ਪਾਇਆ। ਫਿਰ ਗੁਰੂ ਜੀ ਕਹਿੰਦੇ ਹਨ, ਦੂਜਾ ਮਹੱਤਵਪੂਰਨ ਸਿਧਾਂਤ ਇਹ ਹੈ ਕਿ ਗੁਰਸ਼ਬਦ ਗੁਰਬਾਣੀ ਨਾ ਚੇਤਨ ਕਰਕੇ ਪਰਮੇਸ਼ਰ ਨੇ ਆਪ ਹੀ ਮਨੁੱਖ ਨੂੰ ਭਰਮ ਭੁਲੇਖੇ ਵਿੱਚ ਪਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਉੱਤੇ ਉਸ ਦੀ ਨਜ਼ਰ ਹੁੰਦੀ ਹੈ ਉਸ ਦਾ ਸਤਿਗੁਰੂ ਨਾਲ ਮੇਲ ਕਰਵਾ ਦਿੰਦਾ ਹੈ ਜੀ, ਭਾਵ ਗੁਰਸ਼ਬਦ ਗੁਰਬਾਣੀ ਦੇ ਨਾਲ ਜੋੜ ਦਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਤਿਗੁਰੂ ਜਿਸ ਜਗਿਆਸੂ ਨੂੰ ਗੁਰਸ਼ਬਦ ਗੁਰਬਾਣੀ ਨਾਮ ਦ੍ਰਿੜ ਕਰਵਾਉਂਦਾ ਹੈ ਜੀ, ਫਿਰ ਉਸ ਦਾ ਸਾਰਾ ਭਰਮ ਭੁਲੇਖਾ ਦੂਰ ਹੋ ਜਾਂਦਾ ਹੈ ਜੀ, ਅਤੇ ਇਸ ਤਰ੍ਹਾਂ ਨਾਲ ਉਹ 9 ਨਿਧੀਆਂ ਭਾਵ ਗੁਰਸ਼ਬਦ ਗੁਰਬਾਣੀ ਨਾਮ ਦਾ ਅਧਿਕਾਰੀ ਬਣ ਜਾਂਦਾ ਹੈ ਜੀ, ਭਾਵ ਆਪਣੇ ਹਰ ਮੂਲ ਨੂੰ ਪਛਾਣ ਕੇ ਗੁਰੂ ਦੇ ਹੁਕਮ ਨੂੰ ਸਮਝ ਲੈਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।